सत श्री अकाल जी सारिਆਂ ਨੂੰ। क्लास 10वीं सबजैक्ट साइंस चैप्टर 5 पीरियोडिक क्लासीफिकेशन ऑफ एलीमेंट्स यानी तत्तां दा आवर्ती वर्गीकरण। मैं मलिका करियाला स्कूल गर्ल्स दी टीचर साइंस टीचर अज तुहाडे नाल चैप्टर 5 डिस्कस करन जा रही हाँ साइंस सबजैक्ट दा, जिस दा नाम है तत्तां दा आवर्ती वर्गीकरण। सब तो पहला मैटर की हुंदा है, जिवें तुसीं छोटियां क्लासां विच पढ़िया है कि हर वो थां जिस दा भार हुंदा है, जो थां घेरदी है, उसनूं की किया जांदा है, मैटर किया जांदा है। फॉर एग्जाम्पल सॉलिड, लिक्विड, गैस, ठोस, तरल अते गैस। अगे लिखिया होया है एटम। एटम वो चीज़ है जिस तो मिलके हर एक तत्त बनिया है। किसी भी चीज़ की सब तो छोटी इकाई नूं की कहते हैं एटम। एटम का इंग्लिश मीनिंग है इनडिविजिबल, जिन्हों अगे फर्दर तोड़िया नहीं जा सकता। अज तक 118 किस्म के तत्त पाए गए हैं, जिन्हां विचों 94 कुदरती हैं अते 95 तो लैके 118 तक इंसान ने बनाए हैं, मनुख ने बनाए हैं। ये जो है ये मॉडर्न पीरियोडिक टेबल है। ਇਹਦੇ ਵਿੱਚ ਉਹ ਸਾਰੇ 118 ਐਲੀਮੈਂਟ ਨੂੰ ਤਰਤੀਬ ਅਨੁਸਾਰ ਰੱਖਿਆ ਹੋਇਆ ਹੈ। ਹੁਣ ਦੇਖੋ ਇਹਦੀ ਲੋੜ ਸਾਨੂੰ ਕਿਉਂ ਪਈ। ਹੁਣ ਜਿਵੇਂ ਕਿ ਅਸੀਂ ਫੋਰ ਐਗਜ਼ਾਮਪਲ ਕਲਾਸ ਵਿੱਚ ਮੰਨ ਲਓ 40 ਬੱਚੇ ਨੇ, ਅਸੀਂ ਉਹਨਾਂ ਨੂੰ ਕੁਝ ਵਰਗੀਕਰਨ ਕਰ ਦਿੰਦੇ ਹਾਂ ਕਿ ਇੰਨੇ ਬੱਚੇ 90% ਤੋਂ ਉੱਪਰ ਨੇ, ਇੰਨੇ ਬੱਚੇ 80% ਤੋਂ ਉੱਪਰ ਨੇ, ਇਹ ਵਾਲੇ ਬੱਚੇ 60% ਤੋਂ ਉੱਪਰ ਨੇ। ਤਾਂ ਜਿਹੜੇ ਬੱਚਿਆਂ ਦੇ ਭੌਤਿਕ ਗੁਣ, ਰਸਾਇਣਿਕ ਗੁਣ, ਫਿਜ਼ੀਕਲ ਕੈਮੀਕਲ ਪ੍ਰੋਪਰਟੀਜ਼ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ, ਉਹਨਾਂ ਨੂੰ ਕੀ ਕਰ ਦਿੱਤਾ ਜਾਂਦਾ ਹੈ, ਉਹ ਵਾਲੇ ਐਲੀਮੈਂਟਸ ਨੂੰ ਇੱਕ ਗਰੁੱਪ ਵਿੱਚ ਸ਼ਾਮਿਲ ਕਰ ਦਿੱਤਾ ਜਾਂਦਾ ਹੈ। ਫੋਰ ਐਗਜ਼ਾਮਪਲ ਆ ਪਹਿਲੀ ਲਾਈਨ ਵਾਲੇ ਜਿਹੜੇ ਐਲੀਮੈਂਟਸ ਨੇ, ਇਹਨਾਂ ਦੀਆਂ ਪ੍ਰੋਪਰਟੀਜ਼ ਆਪਸ ਵਿੱਚ ਮਿਲਦੀਆਂ ਜੁਲਦੀਆਂ ਹੋਣਗੀਆਂ। ਇਸ ਗਰੁੱਪ ਵਾਲੇ ਜਿਹੜੇ ਐਲੀਮੈਂਟਸ ਨੇ, ਇਹਨਾਂ ਦੀਆਂ ਫਿਜ਼ੀਕਲ ਕੈਮੀਕਲ ਪ੍ਰੋਪਰਟੀਜ਼ ਆਪਸ ਵਿੱਚ ਮਿਲਦੀਆਂ ਨੇ। ਜਿਹੜਾ ਮਰਜ਼ੀ ਗਰੁੱਪ ਅਸੀਂ ਲੈ ਲਈਏ, ਜਿਹੜਾ ਮਰਜ਼ੀ ਗਰੁੱਪ, ਇਹ ਵਾਲੇ ਗਰੁੱਪ ਦੇ ਐਲੀਮੈਂਟਸ ਦੀਆਂ ਸਾਰੇ ਐਲੀਮੈਂਟਸ ਦੀਆਂ ਪ੍ਰੋਪਰਟੀਆਂ ਆਪਸ ਵਿੱਚ ਇੱਕ ਦੂਜੇ ਨਾਲ ਮਿਲਦੀਆਂ ਜੁਲਦੀਆਂ ਨੇ। ਹੁਣ ਇਹ ਪੀਰੀਓਡਿਕ ਟੇਬਲ ਜੋ ਅਸੀਂ ਪਿਛਲੀ ਸਲਾਈਡ ਵਿੱਚ ਡਿਸਕਸ ਕੀਤਾ, ਉਹ ਕਿਹਦੇ ਆਧਾਰ ਤੇ ਬਣਿਆ ਹੋਇਆ ਹੈ? ਉਹ ਐਟੋਮਿਕ ਨੰਬਰ ਦੇ ਆਧਾਰ ਤੇ ਬਣਿਆ ਹੋਇਆ ਹੈ। ਐਟੋਮਿਕ ਨੰਬਰ ਨੂੰ ਯਾਨੀ ਪਰਮਾਣੂ ਸੰਖਿਆ, ਐਟੋਮਿਕ ਨੰਬਰ ਯਾਨੀ ਪਰਮਾਣੂ ਸੰਖਿਆ, ਇਸ ਨੂੰ ਅਸੀਂ ਕੈਪੀਟਲ Z ਦੇ ਨਾਮ ਨਾਲ ਡਿਨੋਟ ਕਰਦੇ ਹਾਂ। ਕੀ ਹੁੰਦਾ ਹੈ ਪ੍ਰੋਟੋਨ ਨੰਬਰ ਜਾਂ ਐਟੋਮਿਕ ਨੰਬਰ? ਇਹ ਹਰ ਇੱਕ ਐਲੀਮੈਂਟ ਦੇ ਨਿਊਕਲੀਅਸ ਵਿੱਚ ਪਾਏ ਜਾਣ ਵਾਲੇ ਪ੍ਰੋਟੋਨ ਦੀ ਸੰਖਿਆ ਹੁੰਦੀ ਹੈ। ਇਹ ਦੇਖੋ ਬੇਟੇ, ਆ ਇੱਕ ਐਟਮ ਸ਼ੋ ਕੀਤਾ ਹੋਇਆ ਹੈ। ਇਹਦਾ ਜੋ ਸੈਂਟਰ ਵਾਲਾ ਭਾਗ ਹੈ ਇਹ ਨਿਊਕਲੀਅਸ ਹੈ। ਇਹਦੇ ਅੰਦਰ ਆ ਹਰੇ ਰੰਗ ਦੇ ਪ੍ਰੋਟੋਨ ਨੇ, ਲਾਲ ਰੰਗ ਦੇ ਨਿਊਟਰੋਨ ਨੇ, ਤੇ ਬਾਹਰ ਜੋ ਸ਼ੈਲਾਂ ਵਿੱਚ ਘੁੰਮਦੇ ਪਏ ਨੇ ਉਹ ਕੀ ਨੇ? ਇਲੈਕਟ੍ਰੋਨ ਨੇ। ਦੂਸਰੀ ਡਾਇਗਰਾਮ ਵਿੱਚ ਦੇਖੋ, ਆ ਇੱਕ ਐਟਮ ਹੈ, ਆ ਇਹਦਾ ਨਿਊਕਲੀਅਸ ਹੈ, ਜਿਹਦੇ ਵਿੱਚ ਪੋਜ਼ੀਟਿਵ ਚਾਰਜ ਪ੍ਰੋਟੋਨ ਨੇ ਅਤੇ ਨਿਊਟਰਲ ਜਿਨ੍ਹਾਂ ਤੇ ਕੋਈ ਚਾਰਜ ਨਹੀਂ ਹੈ, ਇਹ ਵਾਲੇ ਇਹ ਨਿਊਟਰੋਨ ਨੇ ਸਾਡੇ ਕੋਲੇ। ਤੇ ਜਿਹੜੇ ਆ ਬਾਹਰ ਨੈਗੇਟਿਵ ਪਾਰਟੀਕਲਸ ਘੁੰਮਦੇ ਪਏ ਨੇ, ਇਹ ਕੀ ਨੇ? ਸਾਡੇ ਕੋਲੇ ਇਲੈਕਟ੍ਰੋਨ ਨੇ। ਤਾਂ ਕਿਸੇ ਵੀ ਐਲੀਮੈਂਟ ਦਾ ਐਟੋਮਿਕ ਨੰਬਰ ਕੀ ਹੋਏਗਾ? ਜਿੰਨੇ ਉਹਦੇ ਕੋਲੇ ਪ੍ਰੋਟੋਨ ਨੇ ਜਾਂ ਜਿੰਨੇ ਉਹਦੇ ਕੋਲੇ ਇਲੈਕਟ੍ਰੋਨ ਨੇ। ਇਹ ਸਾਡੇ ਕੋਲੇ ਪਹਿਲੇ 20 ਐਲੀਮੈਂਟਸ ਦਾ ਨਾਮ ਹੈ ਹਾਈਡਰੋਜਨ, ਹੀਲੀਅਮ, ਲੀਥੀਅਮ, ਬਰੀਲੀਅਮ, ਬੋਰੋਨ, ਇੱਥੋਂ ਤੋਂ ਲੈ ਕੇ ਕੈਲਸ਼ੀਅਮ, ਐਂਡ ਵਾਲਾ ਐਲੀਮੈਂਟ ਹੈ 20 ਵਾਲਾ ਕੈਲਸ਼ੀਅਮ। ਇਹ ਸਾਰੇ ਐਲੀਮੈਂਟਸ ਤੇ ਤੁਸੀਂ ਐਟੋਮਿਕ ਨੰਬਰ ਯਾਦ ਕਰਨੇ ਨੇ ਅਤੇ ਕੈਮੀਕਲ ਸਿੰਬਲ ਯਾਦ ਕਰਨੇ ਨੇ। ਇਹ ਦੇਖੋ ਪੁੱਤਰ, ਫਸਟ 20 ਐਲੀਮੈਂਟਸ, ਪਹਿਲਾ ਐਲੀਮੈਂਟ ਹੈ ਹਾਈਡਰੋਜਨ, H ਨਾਲ ਅਸੀਂ ਡਿਨੋਟ ਕਰਦੇ ਹਾਂ, ਇੱਕ ਉਹਦਾ ਐਟੋਮਿਕ ਨੰਬਰ ਹੈ। ਇਸ ਤੋਂ ਲਾਸਟ ਦੇਖੋ ਕੈਲਸ਼ੀਅਮ, Ca ਨਾਲ ਅਸੀਂ ਡਿਨੋਟ ਕਰਦੇ ਹਾਂ ਤੇ 20 ਵੀ ਉਹਦਾ ਐਟੋਮਿਕ ਨੰਬਰ ਹੈ। ਇਸ ਨੂੰ ਅਸੀਂ ਕੈਪੀਟਲ ਲੈਟਰ ਨਾਲ ਡਿਨੋਟ ਕਰਦੇ ਹਾਂ ਸਿੰਬਲ ਨੂੰ। ਜਿੱਥੇ ਕਿਤੇ 2 ਅਕਸ਼ਰਾਂ ਦੀ ਲੋੜ ਹੈ, ਫੋਰ ਐਗਜ਼ਾਮਪਲ ਸੋਡੀਅਮ Na, देखो बेटे सोडियम Na, उसका एटॉमिक नंबर कितना है? 11। ये 20 एलीमेंट्स तुसी याद करने हैं, इन्हां दे कैमिकल सिंबल अते इन्हां दा एटॉमिक नंबर तुसी याद करना है। ये पीरियोडिक टेबल विच देखो तुहानूं कुछ हल्के नीले रंग दे हैं, कुछ संतरी रंग दे हैं अते कुछ हरे रंग दे हैं। तो पीरियोडिक टेबल विच सानूं बहुत ही ईजी हो गया समझना हुण कि ये जिहड़ियां चीज़ां हैं इत्थों तक हल्के नीले रंग दियां, ये सारियां की हैं? मैटर।
जो आह हरे भाग विच दिखाया गया है ये सारे की हन नॉन मैटल, अते जेड़े आह संतरी भाग विच दिखाया गया है ये सारा की है मैटेलॉइड्स। मैटेलॉइड्स की हुंदा है जो मैटल अते नॉन मैटल दोनों तो मिलके बनिया हुंदा है। मैटल धातां, नॉन मैटल उपधातां, ठीक है, जिन्हां विच धातां अते उपधातां दोवां दे गुण हुंदे हन उन्हां नूं की किया जांदा है, मैटेलॉइड्स किया जांदा है। ਇਹ ਹੁਣ ਇਸ ਸਲਾਈਡ ਨੂੰ ਬਹੁਤ ਹੀ ਧਿਆਨ ਨਾਲ ਸਮਝਣਾ ਪੁੱਤਰ। ਜਿਵੇਂ ਕਿ ਅਸੀਂ ਕਲਾਸ ਵਿੱਚ ਇੱਕ ਗਰੁੱਪ ਬਣਾ ਦਿੰਨੇ ਹਾਂ ਉਵੇਂ ਹੀ ਸਾਡੇ ਪੀਰੀਓਡਿਕ ਟੇਬਲ ਵਿੱਚ 18 ਗਰੁੱਪ ਬਣਾਏ ਗਏ ਹਨ। ਕਿੰਨੇ ਟੇਬਲ ਹਨ ਜੀ ਸਾਡੇ ਪੀਰੀਓਡਿਕ ਟੇਬਲ ਵਿੱਚ? 18 ਗਰੁੱਪ ਹਨ। ਵਰਟੀਕਲ ਰੋਜ਼ ਹੁੰਦੀਆਂ ਨੇ ਲੰਬੀਆਂ ਲਾਈਨਾਂ, ਸਿੱਧੀਆਂ ਕਤਾਰਾਂ, ਲੰਬਕਾਰੀ ਕਤਾਰਾਂ, ਟੌਪ ਟੂ ਬੋਟਮ, ਉੱਪਰੋਂ ਨੀਚੇ ਆਉਂਦੇ ਹੋਏ। ਤੁਸੀਂ ਦੇਖੋ ਜੀ ਆ ਗਰੁੱਪ 1 ਹੈ, ਆ ਗਰੁੱਪ 2 ਦੇ ਐਲੀਮੈਂਟਸ ਹੈ। उसी तरह ग्रुप 3, 4, 5, 6, 7, 8, 9, 10 ये जो है दिस इज़ ग्रुप नंबर 12, 13 इत्थों तक ग्रुप नंबर 12 बनता है। इत्थे लिखिया ग्रुप 3 होया बट ये 10 ग्रुप बिच आ चुके, इस करके ये ग्रुप नंबर 13 है। ग्रुप 14, 15, 16, 17 एंड 18 तो साडे कोल कुल 18 ग्रुप हैं जो कि लंब रूप विच हैं, टॉप टू बॉटम आते हैं। ਹੁਣ ਇਸ ਵਿੱਚ ਹੀ ਦੇਖੋ ਬੇਟੇ ਤੁਹਾਨੂੰ ਇੱਕ ਪਾਸੇ ਦਿਖ ਰਿਹਾ ਹੋਣਾ देयर आर 7 ਪੀਰੀਅਡਸ। देयर आर 7 ਪੀਰੀਅਡਸ। ਦੇਖੋ ਜਿਵੇਂ ਆਪਣੇ ਸਕੂਲ ਵਿੱਚ ਕਲਾਸ ਵਿੱਚ ਪੀਰੀਅਡ ਲੱਗਦੇ ਨੇ ਨਾ 6 ਜਾਂ 7 ਤੋਂ ਜ਼ਿਆਦਾ ਪੀਰੀਅਡ ਨਹੀਂ ਹੁੰਦੇ ਤਾਂ ਤੁਹਾਨੂੰ ਉਵੇਂ ਯਾਦ ਕਰਨਾ ਸੌਖਾ ਹੋ, ਪਰ ਗਰੁੱਪਸ ਸਕੂਲ ਵਿੱਚ ਕਈ ਸਾਰੇ ਹੁੰਦੇ ਨੇ, ਕਈ ਸਾਰੀਆਂ ਕਲਾਸਾਂ ਦੇ। ਤਾਂ ਪੀਰੀਓਡਿਕ ਟੇਬਲ ਵਿੱਚ ਵੀ ਕੀ ਹੈ, ਗਰੁੱਪ ਤਾਂ 18 ਨੇ ਪਰ ਪੀਰੀਅਡ ਸਿਰਫ ਕਿੰਨੇ ਨੇ, 7 ਨੇ। तो इस तरह लंबे लोट वाले नूं की किया जाता है, होरिजोनटल रोज वालियां नूं की किया जाता है, पीरीयड कहा जाता है। साडे पीरीओडिक टेबल विच 7 पीरीयड्स ने। ये देखो पुत हुण आपां ने अपने लिए मुश्किल है कैमिकल एलीमेंट्स दे नेम याद करने, तो ये एक छोटी जी ट्रिक है। जिमें आ असीं पहले ग्रुप के एलीमेंट याद करने ने, की लिखा होया है, हलीना का रिबन किसने फाड़ा? ह यानी H हाइड्रोजन, ली लिथियम, ना सोडियम, का पोटाशियम, रिबन रुबिडियम, किसने सीजियम, फाड़ा पोटाशियम। इस तरह बेटा मांगे कार बाप स्कूटर, बेटा मांगे कार स्कूटर बाप राजी। ये एक छोटिया छोटिया ट्रिक्स ने बेटे जिहदे तो कि असी इन्हां दे नाम याद कर सकते हाँ। जिमें बाल गंगाधर इंदिरा तिलक, कहे शिवजी सुने पार्वती, नाना पाटेकर ऐश्वर्या सब बिंदास। ये सब की है, ये सब इन्हां नूं याद करन दा एक तरीका है। तुसी इस छोटी जी ट्रिक नूं यूज़ कर सकते हो ये कैमिकल एलीमेंट्स दा नेम ते सिंबल याद करन लई। हुण देखो ਆਪਾਂ ਇਹ वाले एलीमेंट्स ਨੂੰ ਸਾਰਿਆਂ ਨੂੰ ਇੱਕ ਗਰੁੱਪ ਵਿੱਚ ਕਿਵੇਂ ਰੱਖਤਾ, ਸਾਨੂੰ ਕੀ ਪਤਾ ਇਹਨਾਂ ਦੀਆਂ ਪ੍ਰੋਪਰਟੀਆਂ ਮਿਲਦੀਆਂ ਜੁਲਦੀਆਂ ਨੇ। ਉਹਦੇ ਲਈ ਅਸੀਂ ਹੈਲਪ ਲੈਂਦੇ ਹਾਂ ਇਲੈਕਟ੍ਰੋਨਿਕ ਕਨਫਿਗਰੇਸ਼ਨ ਦੀ। सोडियम इधरली साइड देखो, सोडियम का लिथियम नूं लिखिया होया Li का एटॉमिक नंबर हैगा 3, इलैक्ट्रॉनिक कॉन्फिगरेशन 2 1 2 1। उस तो अगे देखो सोडियम 11 2 8 1 यानी कि 2 ते 8 10 ते 1 11। उस तो अगे देखो पोटाशियम 19 2 8 10 10 8 18 ते 1 19। ਹੁਣ ਅਸੀਂ ਦੇਖਾਂਗੇ ਕਿ ਇਹ ਇਲੈਕਟ੍ਰੋਨਿਕ ਕਨਫਿਗਰੇਸ਼ਨ ਕਿਵੇਂ ਬਣਾਈ ਹੋਈ ਹੈ। ਸਾਨੂੰ ਦਿਖਦਾ ਹੈ ਕਿ ਸਾਰਿਆਂ ਦੇ ਬਾਹਰ ਕਿੰਨੇ ਇਲੈਕਟ੍ਰੋਨ ਬਚਦੇ ਪਏ ਨੇ, ਇੱਕ ਇਲੈਕਟ੍ਰੋਨ ਬਚਦਾ ਪਿਆ। ਧਿਆਨ ਨਾਲ ਦੇਖੋ ਬੇਟੇ ਸਾਰਿਆਂ ਦੇ ਬਾਹਰ ਕਿੰਨੇ ਇਲੈਕਟ੍ਰੋਨ ਬਚਦੇ ਪਏ ਨੇ, ਇੱਕ ਇਲੈਕਟ੍ਰੋਨ ਬਚਦਾ ਪਿਆ। ਇਸ ਕਰਕੇ ਇਹ ਵਾਲੇ ਸਾਰੇ ਐਲੀਮੈਂਟਸ ਨੂੰ ਇੱਕ ਗਰੁੱਪ ਵਿੱਚ ਪਾ ਦਿੱਤਾ। ਹੁਣ ਅਸੀਂ ਕਿਵੇਂ ਇਲੈਕਟ੍ਰੋਨਿਕ ਕਨਫਿਗਰੇਸ਼ਨ ਕਰਦੇ ਹਾਂ। ਆ ਸਾਡੇ ਕੋਲ ਇੱਕ ਐਟਮ ਹੈ, ਐਟਮ ਦੇ ਅੰਦਰ ਇੱਕ ਨਿਊਕਲੀਅਸ ਹੁੰਦਾ। ਨਿਊਕਲੀਅਸ ਦੇ ਬਾਹਰ ਜਿਹੜੇ ਸ਼ੈੱਲ ਹਨ ਉਹਨਾਂ ਦੇ ਨਾਮ ਦਿੱਤੇ ਗਏ ਹਨ K, L, M ਐਂਡ N। K ਸਭ ਤੋਂ ਪਹਿਲਾ ਸ਼ੈੱਲ ਹੈ, ਫਸਟ ਐਨਰਜੀ ਸ਼ੈੱਲ, L ਦੂਜਾ, M ਤੀਜਾ ਅਤੇ N ਚੌਥਾ। ਉਸ ਤੋਂ ਬਾਅਦ ਇਹਨਾਂ ਸ਼ੈੱਲਾਂ ਨੂੰ ਇੱਕ ਇੱਕ ਨੰਬਰ ਦਿੱਤਾ ਗਿਆ ਹੈ। K ਸ਼ੈੱਲ ਦਾ ਨੰਬਰ ਹੈਗਾ, K ਲਈ N ਦੀ ਵੈਲਿਊ ਯਾਨੀ K ਸ਼ੈੱਲ ਦੀ ਵੈਲਿਊ ਹੈਗੀ ਹੈ 1, L ਸ਼ੈੱਲ ਲਈ N ਦੀ ਵੈਲਿਊ ਹੈਗੀ ਹੈ 2, M ਸ਼ੈੱਲ ਲਈ N ਦੀ ਵੈਲਿਊ ਹੈਗੀ ਹੈ 3 ਅਤੇ N ਲਈ ਬਰਾਬਰ ਹੈ 4 ਦੇ। ਠੀਕ ਹੈ ਬੇਟੇ, ਇਹ ਇਹਨਾਂ ਨੂੰ ਵੈਲਿਊਜ਼ ਦਿੱਤੀਆਂ ਹੋਈਆਂ ਹਨ। ਅਸੀਂ ਦੇਖਾਂਗੇ ਕਿ ਇਹਨਾਂ ਦਾ ਕੀ ਐਡਵਾਂਟੇਜ ਹੈ, ਕੀ ਸਿਗਨੀਫਿਕੈਂਸ ਹੈ।
ये देखो फस्ट 20 एलीमेंट्स ये असी कर लिए ने, ये भी कर लिया। हाँ जी, आ गया मैक्सिमम नंबर ऑफ इलैक्ट्रॉन्स इन ईच शैल 2n²। देखो के शैल लिए n की वैल्यू कितनी सी 1, तो इनके इलैक्ट्रॉन्स आ सकते हैं 2 1² यानी कि 2, यानी के शैल विच सिर्फ कितने इलैक्ट्रॉन्स आ सकते हैं 2। एल शैल लिए n की वैल्यू सीगी 2 यानी कि 2 × 2²। एल शैल विच कितने आ सकते हैं इलैक्ट्रॉन 8। एम लिए n की वैल्यू सी 3 ਅਤੇ n लिए n की वैल्यू सी 4, तो कितने इलैक्ट्रॉन्स आ सकते हैं एम शैल विच 18 और n शैल विच कितने इलैक्ट्रॉन आ सकते हैं 32। उसी तरह हुण तुहानूं समझ आ गया होना है कि यह एलीमेंट्स विच यह इलैक्ट्रॉन किवें भरे हुए हैं। देखो जिमें जिमें उहदे विच नंबर वधदे जांदे ने इलैक्ट्रॉन्स दे, उवें उवें शैलां की संख्या भी वधदी जांदी है। सोडियम कोले लीथियम नालों वध शैल ने, पोटाशियम कोले सोडियम नालों भी वध शैल ने। ये देखो इन्हां दा फिजिकल रूप, ये बहुत ही ज़्यादा सॉफ्ट मैटल्स होंदियां ने, इन्नी ज़्यादा सॉफ्ट होंदियां ने कि इन्हां नूं आराम नाल चाकू नाल कटिया जा सकदा है। ਅਤੇ पर बहुत ही ज़्यादा रिएक्टिव होंदियां ने, हवा के संपर्क विच आउण ते, पानी के संपर्क विच आउण ते ये तुरंत ही अग पकड़ लैंदियां ने। इस करके इन्हां नूं तेल विच डुबो के रखिया जांदा है। तुसीं देख रहे होंगे कि लीथियम तां इन्नी हल्की धातु है, इन्नी हल्की मैटल है कि यह तेल विच उपर तैर रही है। ये देखो बेटे, ये पहले 10 एलीमेंट्स डिस्कस किए हुए हैं, हाइड्रोजन हीलीयम तो लैके नियोन तक, एटॉमिक नंबर 1 तो लैके एटॉमिक नंबर 10 तक। ये देखो पुत्र, एक इलैक्ट्रॉन है तो वह के शैल विच ही आ जाएगा, 2 इलैक्ट्रॉन ने वह भी के शैल तक आ जाएंगे, पर जेडे 3 इलैक्ट्रॉन ने के शैल तो सिर्फ 2 तक जगह दे सकता है, तो एक वाले नूं हुण कित्थे जाना पएगा, एल विच जाना पएगा। हुण एंड वाला देखो नियोन, ये कोले 10 इलैक्ट्रॉन ने, के वाला तो सिर्फ 2 नूं जगह दे सकता है, तो बाकी दे 8 कित्थे जाणगे, एल कोले जाणगे, क्योंकि एल किन्नियां नूं जगह दे सकता है, 8 इलैक्ट्रॉन्स नूं जगह दे सकता है। हुण देखो ये विच की है 20 एलीमेंट, पहले 20 एलीमेंट्स लैते हुए हैं, 1 तो लैके 20 तक। ये देखो मैं थोड़े नाल लास्ट केस डिस्कस करती हैं, कैल्शियम बी, 2 इलैक्ट्रॉन के शैल को ला गए, 2 इलैक्ट्रॉन के शैल को ला गए, 8 इलैक्ट्रॉन एल शैल को चले गए, 8 इलैक्ट्रॉन एम शैल को चले गए, अते फिर 2 बच गए, वो उन्हां नूं हुण किहदे कोले जाना पैना है, एम शैल कोले जाना पैना है। ये देखो ये ग्रुप 2 के कुछ एलीमेंट्स ने, बेरीलियम, मैगनीशियम, कैल्शियम, स्ट्रोंशियम, बेरियम। ये इन्हां दा फिजिकल रूप है, इन्हां सारियां दी प्रॉपर्टीज आपस में मिलदियां जुलदियां हैं, इस करके इन्हां नूं की है एक ग्रुप विच ऐड कर दिता गया है। ये देखो ये दूसरे एक होर ग्रुप के एलीमेंट्स ने, फ्लोरीन, क्लोरीन, ब्रोमीन एंड आयोडीन। इस विच लिखा होया है जिहड़ियां क्लोरीन ते फ्लोरीन हुंदियां ने वो गैसिस के रूप विच हुंदा है, जिहड़ा ब्रोमीन है वो लिक्विड फॉर्म विच है, ते जिहड़ा साडे कोले आयोडीन है वो किस फॉर्म विच है, वो सॉलिड फॉर्म विच हुंदा है। एक ग्रुप 14 के एलीमेंट ने, कार्बन, सिलिकन, जर्मेनियम, टिन अते लैड। तुसी देख पा रहे हो जो कार्बन है वो काले रंग का है, फिर सिलिकॉन ग्रे रंग का है, जर्मेनियम भी ग्रे रंग का है पर थोड़ा चिट्टा ग्रे है, टिन भी ग्रे रंग का है पर चिट्टा ग्रे है, जिहड़ा साडे कोले लैड है वो एक डल ग्रे है। इन्हां एलीमेंट्स की कैमिकल फिजिकल प्रॉपर्टीज आपस में मिलदियां जुलदियां ने, इस करके इन्हां सारियां नूं किहदे विच रखिया गया है, ग्रुप नंबर 14 विच। ये एक ग्रुप नंबर 18 लास्ट ग्रुप असीं डिस्कस करते हाँ, हीलीयम, नियोन, आर्गन, क्रिप्टोन, जीनोन, रेडोन। ये सारियां गैसां हन, तुहानूं पता है हवा विच सारियां गैसां हन अपनी हवा विच, तां इन्हां दी मात्रा बहुत ही ज़्यादा घट है, इस करके इन्हां नूं हवा विचों एक्सट्रैक्ट किया गया। ये लास्ट नंबर ते इसी करके आईयां ने क्योंकि इन्हां दा पता बहुत देर बाद लग्या। इन्हां दा अपना कोई रंग नहीं हुंदा, इन्हां दी कोई स्मैल नहीं हुंदी, सानूं हवा विच कोई गैसां ये सारियां ने पर सानूं हवा का कोई रंग तो नहीं नज़र आता, हवा च कोई स्मैल तो नहीं, गंध तो नहीं। तो फिर इस विच तुसीं देख रहे हो कि कुछ कलर शो किए गए हैं, तो जो इस गैसां नूं बिजली तारा विचों पास किया जाता है, इलैक्ट्रिक करंट दिता जाता है, तो ये गैसां की ने कुछ कलर प्रेजेंट करदियां ने, कुछ कलर उत्सर्जित करदियां ने रंग। तुसीं सब तो पहला देखो हीलीयम।
ਹੀਲੀਅਮ ਤੁਹਾਨੂੰ ਥੋੜਾ ਥੋੜਾ ਸੂਰਜ ਦੇ ਰੰਗ ਵਰਗਾ ਮਿਲਦਾ ਦਿਖਦਾ ਹੁੰਦਾ ਹੈ। ਤਾਂ ਜਦੋਂ ਸੂਰਜ ਦੇ ਸਪੈਕਟਰਮ ਨੂੰ ਅਧਿਐਨ ਕੀਤਾ ਗਿਆ, ਸਟੱਡੀ ਕੀਤਾ ਗਿਆ, ਤਾਂ ਉਸ ਵਿੱਚ ਪਾਇਆ ਗਿਆ ਕਿ ਉਹਦੇ ਅੰਦਰ ਕਿਹਦੀ ਮਾਤਰਾ ਸਭ ਤੋਂ ਜ਼ਿਆਦਾ ਹੋਣੀ ਹੈ, ਹੀਲੀਅਮ ਦੀ ਮਾਤਰਾ ਜ਼ਿਆਦਾ ਹੋਣੀ ਹੈ। ਠੀਕ ਹੈ ਬੇਟੇ, ਤਾਂ ਇਹ ਇੱਕ ਮੇਰੀ ਛੋਟੀ ਜਿਹੀ ਕੋਸ਼ਿਸ਼ ਸੀ ਕਿ ਤੁਹਾਨੂੰ ਇਸ ਚੈਪਟਰ ਦਾ ਥੋੜਾ ਜਿਹਾ ਬਰੀਫ ਇੰਟਰੋਡਕਸ਼ਨ ਮਿਲ ਸਕੇ। ਤੁਹਾਡੇ ਲਈ ਜੋ ਸਭ ਤੋਂ ਜ਼ਰੂਰੀ ਹੈ ਉਹ ਹੈ ਇਲੈਕਟ੍ਰੋਨਿਕ ਕਨਫਿਗਰੇਸ਼ਨ ਤੁਹਾਨੂੰ ਫਿਲ ਕਰਨੀ ਆਣੀ ਚਾਹੀਦੀ ਹੈ। ਦੂਸਰਾ, ਪੀਰੀਓਡਿਕ ਟੇਬਲ ਯਾਦ ਕਰਨਾ, ਇਹ ਵਾਲੇ ਐਲੀਮੈਂਟਸ ਦਾ ਤੁਹਾਨੂੰ ਐਟੋਮਿਕ ਨੰਬਰ ਪਤਾ ਹੋਵੇ, ਸਿੰਬਲ ਪਤਾ ਹੋਵੇ, ਇਹ ਸਾਰੇ ਗਰੁੱਪ ਵਿੱਚ ਪਤਾ ਹੋਵੇ ਕਿ ਕਿਹੜਾ ਐਲੀਮੈਂਟ ਕਿਹੜੇ ਗਰੁੱਪ ਵਿੱਚ ਆਉਂਦਾ ਹੈ। ਆਹ ਵਾਲਾ ਇਹ ਤੁਸੀਂ ਯਾਦ ਕਰਨਾ ਬਹੁਤ ਔਖਾ ਹੈ, ਇਸ ਕਰਕੇ ਮੈਂ ਤੁਹਾਨੂੰ ਇੱਕ ਆਹ ਟੇਬਲ ਨਾਲ ਛੋਟਾ ਜਿਹਾ ਦਿੱਤਾ ਕਿ ਤੁਸੀਂ ਯਾਦ ਕਰ ਸਕੋ। ਤੋ ਆਈ ਹੋਪ ਤੁਸੀਂ ਅੱਜ ਜ਼ਰੂਰ ਇਸ ਨੂੰ ਸਮਝਿਆ ਹੋਏਗਾ ਤੇ ਤੁਹਾਨੂੰ ਇਹਦਾ ਲਾਭ ਇਨ ਫਿਊਚਰ ਵਿੱਚ ਜ਼ਰੂਰ ਹੋਏਗਾ। ਥੈਂਕ ਯੂ।